ਅੱਜ ਮੈਂ ਗੱਲ ਕਰਨ ਲੱਗੀ ਹਾਂ ਡਿਪਰੈਸ਼ਨ ਦੇ ਉੱਪਰ। ਅਸੀਂ ਨਾਰਮਲੀ ਦੇਖਦੇ ਹਾਂ ਕਿ ਜੋ ਜ਼ਿਆਦਾਤਰ ਡਿਪਰੈਸ਼ਨ ਦਾ ਸ਼ਿਕਾਰ ਹੈ ਉਹ ਯੂਥ ਹੋ ਜਾਂਦਾ ਹੈ। ਜੋ ਨੌਜਵਾਨ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਆਖਿਰ ਕਿਉਂ? ਅਜਿਹਾ ਕਿਉਂ? ਸਭ ਤੋਂ ਵੱਡਾ ਉਸਦੇ ਪਿੱਛੇ ਰੀਜ਼ਨ ਹੈ ਕਿ ਮੈਂਟਲ ਸਟੇਬਿਲਿਟੀ ਨਹੀਂ ਹੈ। ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਮਜ਼ਬੂਤ ਜੋ ਹੋਣਾ ਚਾਹੀਦਾ ਅੱਜ ਕੱਲ੍ਹ ਦੇ ਯੂਥ ਨੂੰ, ਉਹ ਨਹੀਂ ਹੈ। ਮੈਨੂੰ ਪਤਾ ਹੈ ਕਈ ਲੋਕ ਜੋ ਡਿਪਰੈਸ਼ਨ ਦੇ ਬਾਰੇ ਵਿੱਚ ਬੋਲਦੇ ਨੇ ਤਾਂ ਸੁਣਨ ਵਾਲੇ ਲੋਕ ਕਈ ਵਾਰੀ ਕਹਿੰਦੇ ਨੇ ਕਿ ਜਿਸਨੇ ਮਹਿਸੂਸ ਹੀ ਨਹੀਂ ਕੀਤਾ ਉਹ ਇਸ ਟੌਪਿਕ 'ਤੇ ਕਿਵੇਂ ਬੋਲ ਸਕਦਾ ਹੈ। ਬਟ ਮੈਂ ਤਾਂ ਬੋਲ ਰਹੀ ਹਾਂ ਕਿਉਂਕਿ ਮੈਂ ਖੁਦ ਜੋ ਡਿਪਰੈਸ਼ਨ ਨੂੰ ਮਹਿਸੂਸ ਐਕਸਪੀਰੀਅੰਸ ਕੀਤਾ ਹੋਇਆ ਆਪਣੀ ਲਾਈਫ ਦੇ ਵਿੱਚ ਕਈ ਸਾਲ ਪਹਿਲਾਂ, ਅਤੇ ਕਈ ਸਾਲ ਪਹਿਲਾਂ ਔਰ ਕਈ ਸਾਲ ਲਗਾਤਾਰ ਉਦੋਂ ਮੈਂ ਡਿਪਰੈਸ਼ਨ ਨੂੰ ਫੇਸ ਕੀਤਾ ਹੈ। ਉਹਨਾਂ ਚੀਜ਼ਾਂ ਨੂੰ ਮੈਂ ਮਹਿਸੂਸ ਕੀਤਾ ਕਿ ਕਿਵੇਂ ਇੱਕਦਮ ਲੱਗਦਾ ਹੈ ਕਿ ਸ਼ਾਇਦ ਇਸ ਤੋਂ ਉੱਪਰ ਦੀ ਕੋਈ ਪ੍ਰੋਬਲਮ ਹੋ ਨਹੀਂ ਸਕਦੀ। ਉਸ ਟਾਈਮ ਲੱਗਦਾ ਹੈ ਕਿ ਸ਼ਾਇਦ ਇਸ ਤੋਂ ਬਾਅਦ ਕੋਈ ਰਸਤਾ ਨਹੀਂ ਨਜ਼ਰ ਆਉਂਦਾ, ਹਰ ਪਾਸੇ ਹਨੇਰਾ ਹੀ ਨਜ਼ਰ ਆਉਂਦਾ, ਸਾਹ ਰੁਕਦਾ ਫੀਲ ਹੁੰਦਾ ਹਰ ਵੇਲੇ, ਹਾਰਟ ਬੀਟ ਫਾਸਟ ਹੋਈ ਰਹਿੰਦੀ ਹੈ ਹਰ ਵੇਲੇ ਐਂ ਲੱਗਦਾ ਕਿ ਮੈਂ ਪੂਰੀ ਦੁਨੀਆ ਵਿੱਚ ਸਿਰਫ ਇਕੱਲੀ ਹਾਂ ਜਾਂ ਇਕੱਲਾ ਹਾਂ, ਜਾਂ ਮੇਰੇ ਨਾਲ ਕੋਈ ਵੀ ਨਹੀਂ ਹੈ। ਮੈਂ ਕੀ ਕਰਾਂ? ਮੇਰੇ ਨਾਲ ਐਵੇਂ ਕਿਉਂ ਹੋ ਰਿਹਾ ਹੈ? ਇਸ ਤੋਂ ਮੈਂ ਬਾਹਰ ਕਦੀ ਵੀ ਨਹੀਂ ਨਿਕਲ ਪਾਊਂ। ਔਰ ਉਸਦਾ ਹੀ ਅੱਗੋਂ ਜਾ ਕੇ ਸੀਰੀਅਸ ਮੋੜ ਇਹ ਆ ਜਾਂਦਾ ਹੈ ਕਿ ਜਦੋਂ ਇਨਸਾਨ 'ਤੇ ਚੀਜ਼ ਹਾਵੀ ਹੋ ਜਾਂਦੀ ਹੈ ਕਿ ਹੁਣ ਹੋਰ ਕੁਝ ਨਹੀਂ ਹੋ ਸਕਦਾ। ਮੈਂ ਬਹੁਤ ਕੁਝ ਕਰਕੇ ਦੇਖ ਲਿਆ, ਮੈਂ ਆਪਣੀ ਐਫਰਟ ਕਰਕੇ ਦੇਖ ਲਈਆਂ ਅਤੇ ਕੋਈ ਮੇਰਾ ਆਪਣਾ ਨਹੀਂ ਹੈ, ਮੈਂ ਇਸ ਪ੍ਰੋਬਲਮ ਵਿੱਚੋਂ ਨਹੀਂ ਨਿਕਲ ਸਕਦਾ। ਤਾਂ ਉਸ ਤੋਂ ਬਾਅਦ ਜੋ ਸੀਰੀਅਸ ਮੋੜ ਆਉਂਦਾ ਉਹ ਇਹੀ ਹੁੰਦਾ ਹੈ ਕਿ ਇਨਸਾਨ ਸੁਸਾਈਡ ਬਾਰੇ ਸੋਚਣ ਲੱਗ ਜਾਂਦਾ ਹੈ। ਜਿਸ ਟਾਈਮ ਮੈਂ ਡਿਪਰੈਸ਼ਨ ਵਿੱਚੋਂ ਨਿਕਲੀ ਹਾਂ, ਜੀ ਬਿਲਕੁਲ ਮੈਂ ਵੀ ਇਹ ਸੋਚਦੀ ਸੀਗੀ, ਕਿਉਂਕਿ ਜੋ ਇਨਸਾਨ ਡਿਪਰੈਸ਼ਨ ਦੇ ਵਿੱਚ ਹੁੰਦਾ ਹੈ ਉਸਨੂੰ ਸਭ ਤੋਂ ਪਹਿਲਾਂ ਗੱਲ ਕਰਨ ਲਈ ਸਹੀ ਬੰਦਾ ਚਾਹੀਦਾ ਹੁੰਦਾ ਹੈ ਕਿ ਜੋ ਉਸਦੀ ਗੱਲ ਨੂੰ ਸਮਝ ਸਕੇ। ਔਰ ਡਿਪਰੈਸ਼ਨ ਅੱਗੋਂ ਵੱਧਦਾ ਤਾਂ ਜਾਂਦਾ ਹੈ ਕਿਉਂਕਿ ਉਹ ਸਹੀ ਪਰਸਨ ਨਹੀਂ ਮਿਲ ਪਾਉਂਦਾ ਕਿ ਜਿਸ ਨੂੰ ਇਨਸਾਨ ਆਪਣੀ ਗੱਲ ਸਮਝਾ ਸਕੇ, ਜਾਂ ਗੱਲ ਦੱਸਣ ਤੋਂ ਬਾਅਦ ਸਾਹਮਣੇ ਵਾਲਾ ਉਸਦੀ ਗੱਲ ਨੂੰ ਸਮਝ ਕੇ, ਉਸਦੇ ਦੁੱਖ ਨੂੰ ਸਮਝ ਕੇ ਉਸ ਤਰ੍ਹਾਂ ਦਾ ਬਿਹੇਵੀਅਰ ਕਰ ਸਕੇ ਜਿਸ ਦੇ ਨਾਲ ਡਿਪਰੈਸ਼ਨ ਵਾਲਾ ਇਨਸਾਨ ਉਸ ਡਿਪਰੈਸ਼ਨ ਵਿੱਚੋਂ ਬਾਹਰ ਨਿਕਲੇ ਜਾਂ ਉਸਨੂੰ ਕੋਈ ਸਹੀ ਰਸਤਾ ਨਿਕਲੇ। ਕਿਉਂਕਿ ਆਲਰੇਡੀ ਜਿਹੜਾ ਬੰਦਾ ਡਿਪਰੈਸ਼ਨ ਦੇ ਵਿੱਚ ਉਹਨੂੰ ਸਮਝ ਨਹੀਂ ਆਉਂਦਾ ਕਿ ਮੈਂ ਅੱਗੋਂ ਕੀ ਕਰਾਂ, ਅਤੇ ਸਾਹਮਣੇ ਵਾਲੇ ਨੂੰ ਜਿਹਨੂੰ ਉਹ ਗੱਲ ਡਿਸਕਸ ਕਰਦਾ ਤਾਂ ਉਹ ਵੀ ਬੰਦਾ ਇੱਕ ਵਿਰਾਮ ਚਿੰਨ੍ਹ ਦੇ ਉੱਪਰ ਗੱਲ ਖਤਮ ਕਰ ਦਿੰਦਾ ਕਿ ਕੋਈ ਨਹੀਂ, ਹੌਲੀ ਹੌਲੀ ਸਭ ਕੁਝ ਠੀਕ ਹੋ ਜਾਏਗਾ। ਅਤੇ ਇਹੀ ਗੱਲਾਂ ਸੁਣਦੇ ਉਸ ਤੋਂ ਬਾਅਦ ਉਹ ਇਨਸਾਨ ਕਿਸੇ ਨਾਲ ਵੀ ਗੱਲ ਕਰਨੀ ਵੀ ਬੰਦ ਕਰ ਦਿੰਦਾ ਹੈ। ਸੋ ਐਕਚੁਅਲੀ ਗੱਲ ਇਹ ਹੁੰਦੀ ਹੈ ਕਿ ਅਸੀਂ ਲੋਕ ਦੋ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਹੁੰਦੇ ਆ। ਇੱਕ ਸਾਰੀ ਦੁਨੀਆ ਨੂੰ ਦਿਖਾਉਣ ਦੇ ਲਈ, ਇੱਕ ਸਾਡੇ ਅੰਦਰ ਹੀ ਅੰਦਰ ਅਸੀਂ ਜੋ ਸਾਡੇ ਪ੍ਰੋਬਲਮਸ ਨੇ, ਅਤੇ ਬਾਹਰਲੀ ਦੁਨੀਆ ਨੂੰ ਅਸੀਂ ਇੰਨਾ ਸਟਰੋਂਗਲੀ ਪੇਸ਼ ਕੀਤਾ ਹੁੰਦਾ ਕਿ ਜੋ ਸਾਡੀ ਅੰਦਰਲੀ ਦੁਨੀਆ ਹੈ, ਜੋ ਸਾਡੇ ਅੰਦਰ ਦੀ ਕਸ਼ਮਕਸ਼ ਹੈ, ਅਸੀਂ ਉਸਨੂੰ ਬਾਹਰ ਲਿਆਉਣ ਤੋਂ ਡਰਦੇ ਹਾਂ। ਸਭ ਤੋਂ ਸਟਾਰਟਿੰਗ ਪੁਆਇੰਟ ਕਿ ਅਸੀਂ ਉਸਨੂੰ ਬਾਹਰ ਲਿਆਉਣ ਤੋਂ ਡਰਦੇ ਹਾਂ ਕਿ ਲੋਕ ਕੀ ਕਹਿਣਗੇ, ਕਿ ਇਹਨਾਂ ਨੇ ਤਾਂ ਮੈਨੂੰ ਹੁਣ ਤੱਕ ਇਸ ਤਰੀਕੇ ਨਾਲ ਦੇਖਿਆ। ਅਗਰ ਅਸੀਂ ਕਿਸੇ ਪਰਸਨ ਦੀ ਐਗਜ਼ਾਮਪਲ ਲਈਏ ਤਾਂ ਕਿਸੇ ਨੂੰ ਅਗਰ ਫਾਈਨੈਂਸ਼ੀਅਲ ਪ੍ਰੋਬਲਮ ਹੈ, ਉਸ ਬੰਦੇ ਨੇ ਲੋਕਾਂ ਅੱਗੇ ਸੋਸਾਇਟੀ ਵਿੱਚ ਆਪਣਾ ਬਹੁਤ ਵਧੀਆ ਰੁਤਬਾ ਬਣਾਇਆ ਹੋਇਆ, ਅਤੇ ਇੱਕਦਮ ਕਿਤੇ ਅਗਰ ਉਸਨੂੰ ਘਾਟਾ ਪੈ ਗਿਆ, ਪੈਸਾ ਨਹੀਂ ਹੈ, ਤਾਂ ਇਸੇ ਗੱਲ ਤੋਂ ਡਰਦਾ ਰਹਿੰਦਾ ਹੈ ਕਿ ਲੋਕ ਕੀ ਕਹਿਣਗੇ, ਕਿ ਹੁਣ ਤੱਕ ਤਾਂ ਬਹੁਤ ਵਧੀਆ ਸੀ, ਬੜਾ ਆਪਣਾ ਦਿਖਾਉਂਦਾ ਸੀ, ਹੁਣ ਕੀ ਹੋਇਆ। ਸੋ ਇਸ ਚੱਕਰ ਦੇ ਵਿੱਚ ਨਹੀਂ ਕਈ ਵਾਰੀ ਦੂਸਰੇ ਕੇਸਿਸ ਲੈ ਲਈਏ, ਲਵ ਅਫੇਅਰਸ ਹੈ ਜਿਨ੍ਹਾਂ ਦੇ ਅੱਜ ਕੱਲ੍ਹ ਜੋ ਜ਼ਿਆਦਾਤਰ ਯੂਥ ਦੇ ਵਿੱਚ ਦੇਖਿਆ ਜਾਂਦਾ, ਲਵ ਅਫੇਅਰਸ ਨੇ, ਉਹਨਾਂ ਨੂੰ ਲੈ ਕੇ ਡਿਪਰੈਸ਼ਨ ਦੇ ਵਿੱਚ ਨੇ। ਜਾਂ ਫਿਰ ਕੋਈ ਆਪਾਂ ਫੈਮਲੀਜ਼ ਦੇ ਵਿੱਚ ਗੱਲ ਕਰ ਲਈਏ, ਚਾਹੇ ਕੋਈ ਲੇਡੀ ਹੈ, ਚਾਹੇ ਕੋਈ ਬੰਦਾ ਹੈ, ਆਪਣਾ ਰਿਲੇਸ਼ਨ ਸਹੀ ਨਹੀਂ ਜਾ ਰਿਹਾ, ਉਸ ਨੂੰ ਲੈ ਕੇ ਅਗਰ ਡਿਪਰੈਸ਼ਨ ਹੈ, ਹਰ ਇੱਕ ਇਨਸਾਨ ਜੋ ਹੈ ਕਿਸੇ ਦੇ ਨਾਲ ਗੱਲ ਕਰਨ ਤੋਂ ਕਤਰਾਉਂਦਾ ਹੈ, ਕਿਉਂਕਿ ਅੱਜ ਕੱਲ੍ਹ ਸਾਡੇ ਕੋਲ ਉਹ ਜਿਹੇ ਮਜ਼ਬੂਤ ਰਿਸ਼ਤਿਆਂ ਦੀ ਕਮੀ ਹੋ ਗਈ ਹੈ ਜਿਨ੍ਹਾਂ ਦੇ ਕੋਲ ਅਸੀਂ ਕੌਨਫੀਡੈਂਸ ਦੇ ਨਾਲ ਆਪਣੀ ਪ੍ਰੋਬਲਮ ਡਿਸਕਸ ਕਰ ਸਕੀਏ, ਅਤੇ ਇਹ ਉਮੀਦ ਰੱਖੀਏ ਕਿ ਇਸ ਬੰਦੇ ਨਾਲ ਡਿਸਕਸ ਕੀਤੀ ਹੈ ਤਾਂ ਇਹ ਜੋ ਹੈ ਮੇਰੀ ਗੱਲ ਦਾ ਮਜ਼ਾਕ ਨਹੀਂ ਬਣਾਏਗਾ, ਜਾਂ ਚਾਰ ਲੋਕਾਂ ਨੂੰ ਹੋਰ ਨਹੀਂ ਦੱਸੇਗਾ ਮਿਰਚ ਮਸਾਲੇ ਲਾ ਕੇ, ਜਾਂ ਫਿਰ ਮੈਨੂੰ ਸਹੀ ਇੱਕ ਰਸਤਾ ਜ਼ਰੂਰ ਦਿਖਾ ਦੇਗਾ। ਉਹ ਰਿਸ਼ਤਿਆਂ ਦੀ ਕਮੀ ਹੋ ਗਈ ਹੈ। ਮੈਨੂੰ ਦੱਸੋ, ਤੁਸੀਂ ਗਿਣਤੀ ਨਾਲ 5 ਬੰਦੇ ਗਿਣ ਲਓ ਕਿ ਕੀ ਤੁਹਾਡੀ ਜ਼ਿੰਦਗੀ ਵਿੱਚ ਗਿਣਤੀ ਦੇ 5 ਬੰਦੇ ਇਹੋ ਜਿਹੇ ਹੈ ਕਿ ਜਿਸ ਨੂੰ ਤੁਸੀਂ ਆਪਣੀ ਪ੍ਰੋਬਲਮ ਦੱਸ ਸਕੋ, ਸ਼ੇਅਰ ਕਰ ਸਕੋ। ਅਗਰ ਹੈ ਤਾਂ ਤੁਸੀਂ ਬਹੁਤ ਲੱਕੀ ਹੋ, ਸੀਰੀਅਸਲੀ ਤੁਸੀਂ ਬਹੁਤ ਲੱਕੀ ਹੋ। ਅੱਜ ਦੀ ਡੇਟ ਵਿੱਚ ਮੇਰੇ ਵੀ ਫਰੈਂਡਸ ਵਿੱਚ ਉਹ ਲਿਸਟ ਹੈ ਕਿ ਜਿਨ੍ਹਾਂ ਨੂੰ ਮੈਂ ਆਪਣੀ ਗੱਲ ਸ਼ੇਅਰ ਕਰ ਸਕਦੀ ਹਾਂ ਅਤੇ ਉਹ ਮੇਰੀ ਗੱਲ ਸੁਣ ਲੈਣਗੇ, ਆਈ ਨੋ। ਬਟ ਜਿਸ ਟਾਈਮ ਮੈਂ ਡਿਪਰੈਸ਼ਨ 'ਚੋਂ ਟਾਈਮ ਕੱਢਿਆ, ਉਸ ਟਾਈਮ ਮੇਰੇ ਕੋਲ ਇੱਕ ਸਿੰਗਲ ਪਰਸਨ ਨਹੀਂ ਸੀ ਕਿ ਜਿਸ ਨੂੰ ਮੈਂ ਗੱਲ ਕਹਾਂ ਔਰ ਉਹ ਮੇਰੀ ਗੱਲ ਸੁਣ ਸਕੇ। ਮਤਲਬ ਜੋ ਇਨਸਾਨ ਡਿਪਰੈਸ਼ਨ ਦੇ ਵਿੱਚ ਹੁੰਦਾ ਹੈ
ਉਹਨੂੰ ਸਿਰਫ ਇੰਨਾ ਕੁ ਸਹਾਰਾ ਚਾਹੀਦਾ ਹੁੰਦਾ ਕਿ ਕੋਈ ਮੇਰੀ ਗੱਲ ਨੂੰ ਮੇਰੇ ਤਰੀਕੇ ਨਾਲ ਸੁਣ ਲਵੇ, ਸਮਝ ਲਵੇ, ਬਜਾਏ ਕਿ ਉਸ ਨੂੰ ਕੱਟਣ ਦੇ ਕਿ ਨਹੀਂ ਤੂੰ ਇੱਥੇ ਗਲਤ ਹੈ, ਇਹ ਨਹੀਂ। ਜਦੋਂ ਇਨਸਾਨ ਡਿਪਰੈਸ਼ਨ ਵਿੱਚ ਹੈ ਉਹ ਚੀਜ਼ਾਂ ਇਹ ਨਹੀਂ ਮਹਿਸੂਸ ਕਰ ਪਾਉਂਦਾ। ਉਸਨੂੰ ਪਤਾ ਹੈ ਕਿ ਸੋ ਬਹੁਤ ਜ਼ਰੂਰੀ ਹੈ ਕਿ ਅਗਰ ਕੋਈ ਇਨਸਾਨ ਕਿਸੇ ਹੋਪ ਦੇ ਨਾਲ ਆ ਕੇ ਤੁਹਾਡੇ ਕੋਲ ਆਪਣੀ ਪ੍ਰੋਬਲਮ ਡਿਸਕਸ ਕਰਨਾ ਚਾਹ ਰਿਹਾ ਔਰ ਤੁਹਾਨੂੰ ਦਿਖ ਰਿਹਾ ਹੈ ਕਿ ਸਾਹਮਣੇ ਵਾਲਾ ਪਰਸਨ ਡਿਪਰੈਸ਼ਨ ਦੇ ਵਿੱਚ ਹੈ, ਤਾਂ ਜਿੰਨਾ ਵੀ ਟਾਈਮ ਲੱਗੇ, ਚਾਹੇ ਤੁਹਾਨੂੰ ਆਪਣਾ ਬਹੁਤ ਜ਼ਰੂਰੀ ਕੰਮ ਛੱਡ ਕੇ ਉਸਦੀ ਗੱਲ ਸੁਣਨੀ ਪਏ ਤਾਂ ਉਸਦੀ ਗੱਲ ਜ਼ਰੂਰ ਸੁਣ ਲਓ, ਕਿਉਂਕਿ ਰੀਜ਼ਨ ਇਹ ਹੈ ਕਿ ਤੁਸੀਂ ਇੱਕ ਜ਼ਿੰਦਗੀ ਬਚਾ ਰਹੇ ਹੋ, ਇੱਕ ਪਰਸਨ ਨੂੰ ਮਰਨ ਤੋਂ ਬਚਾ ਰਹੇ ਹੋ। ਅੱਜ ਅਗਰ ਮੈਂ ਤੁਹਾਡੇ ਨਾਲ ਇਸ ਟੌਪਿਕ 'ਤੇ ਗੱਲਬਾਤ ਕਰ ਰਹੀ ਹਾਂ ਤਾਂ ਉਸਦੇ ਪਿੱਛੇ ਇੱਕ ਰੀਜ਼ਨ ਇਹੀ ਹੈ ਕਿ ਅਸੀਂ ਆਪਣੇ ਆਸ-ਪਾਸ ਕਈ ਲੋਕਾਂ ਨੂੰ ਦੇਖਦੇ ਹਾਂ, ਪਰੇਸ਼ਾਨੀ ਵਿੱਚ ਵੀ ਦੇਖਦੇ ਹਾਂ। ਕਈ ਵਾਰੀ ਅਸੀਂ ਕਈ ਲੋਕਾਂ ਬਾਰੇ ਕਹਿੰਦੇ ਇਹਦੀ ਤਾਂ ਆਦਤ ਹੀ ਹੈ ਪਰੇਸ਼ਾਨ ਰਹਿਣਾ, ਇਹਦੀ ਤਾਂ ਆਦਤ ਹੀ ਹੈ ਹਰ ਛੋਟੀ ਗੱਲ ਨੂੰ ਇੰਨਾ ਜ਼ਿਆਦਾ ਵੱਡਾ ਬਣਾ ਲੈਣਾ। ਬਟ ਨਹੀਂ, ਇੱਥੇ ਬਹੁਤ ਜ਼ਰੂਰੀ ਹੈ ਕਿ ਜਿਹੜੇ ਲੋਕ ਸਾਡੇ ਆਸ-ਪਾਸ ਨੇ ਅਸੀਂ ਉਹਨਾਂ ਦੀ ਮਾਨਸਿਕਤਾ ਨੂੰ ਵੀ ਨਾਲ ਜ਼ਰੂਰ ਸਮਝੀਏ, ਕਿਉਂਕਿ ਜ਼ਿੰਦਗੀ ਦੀਆਂ ਕਈ ਪਰੇਸ਼ਾਨੀਆਂ ਅਜਿਹੀਆਂ ਹੁੰਦੀਆਂ ਨੇ ਕਿ ਜੋ ਕੋਈ ਇਨਸਾਨ ਆਪਣੀ ਫੈਮਿਲੀ ਦੇ ਨਾਲ ਡਿਸਕਸ ਨਹੀਂ ਕਰ ਸਕਦਾ। ਉਸ ਇਨਸਾਨ ਨੂੰ ਲੱਗਦਾ ਹੈ ਕਿ ਮੈਂ ਆਪਣੇ ਘਰ ਪਰਿਵਾਰ 'ਚ ਅਗਰ ਇਹ ਗੱਲ ਡਿਸਕਸ ਕੀਤੀ ਤਾਂ ਉਹ ਕਿਸ ਤਰੀਕੇ ਨਾਲ ਰਿਐਕਟ ਕਰਨਗੇ। ਉਸੇ ਗੱਲ ਤੋਂ ਡਰਦੇ ਹੋਏ ਉਹ ਇਨਸਾਨ ਆਪਣੇ ਘਰ ਪਰਿਵਾਰ ਜਾਂ ਰਿਸ਼ਤੇਦਾਰਾਂ ਨਾਲ ਆਪਣੀ ਪ੍ਰੋਬਲਮ ਡਿਸਕਸ ਨਹੀਂ ਕਰ ਪਾਉਂਦਾ। ਸੋ ਇਸ ਲਈ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਜੋ ਮੈਂ ਆਪਣੀ ਇਸ ਵੀਡੀਓ ਦੇ ਜ਼ਰੀਏ ਕਹਿਣਾ ਚਾਹੂੰਗੀ, ਇਹ ਬਹੁਤ ਹੈ ਜ਼ਰੂਰੀ ਕਿ ਅਸੀਂ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਬਣਾਈਏ। ਮੈਂ ਜੋ ਆਪਣੀ ਲਾਈਫ ਦੇ ਵਿੱਚ ਅਪਣਾਉਂਦੀ ਹਾਂ ਚੀਜ਼ਾਂ, ਮੈਨੂੰ ਬਹੁਤ ਇਫੈਕਟਿਵ ਲੱਗੀਆਂ ਕਿ ਮੈਂ ਉਹਨਾਂ ਚੀਜ਼ਾਂ ਕਰਕੇ ਹੀ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਬਣਾਇਆ ਵੀ ਹੈ। ਬਹੁਤ ਹੱਦ ਤੱਕ ਮੈਂ ਆਪਣੇ ਆਪ ਨੂੰ ਸਟਰੋਂਗ ਕੀਤਾ ਹੈ। ਉਹ ਇਹ ਹੈ ਕਿ ਅਸੀਂ ਲੋਕ ਜੋ ਹੈ ਠੀਕ ਹੈ, ਅੱਜ ਕੱਲ੍ਹ ਅਸੀਂ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹਾਂ। ਫੇਸਬੁੱਕ, ਵਟਸਐਪ, ਯੂਟਿਊਬ, ਟਵਿੱਟਰ ਜਾਂ ਹੋਰ ਵੀ ਜੋ ਵੀ ਇੰਸਟਾਗ੍ਰਾਮ ਜਾਂ ਹੋਰ ਵੀ ਜਿੰਨੀ ਐਪਸ ਹੈ ਅਸੀਂ ਉਹਨਾਂ ਉੱਪਰ ਐਕਟਿਵ ਰਹਿੰਦੇ ਹਾਂ, ਲੇਕਿਨ ਉਹਨਾਂ ਨੂੰ ਆਪਣੀ ਅਸਲੀ ਜ਼ਿੰਦਗੀ ਨਾ ਬਣਾਓ। ਇਹਨਾਂ ਚੀਜ਼ਾਂ ਨੂੰ ਅਸੀਂ ਆਪਣਾ ਠੀਕ ਹੈ ਇੱਕ ਥੋੜ੍ਹਾ ਜਿਹਾ ਜ਼ਿੰਦਗੀ ਦਾ ਪਾਰਟ ਬਣਾਇਆ, ਸਾਨੂੰ ਉਸਦੇ ਜ਼ਰੀਏ ਪਤਾ ਲੱਗਦਾ ਰਹਿੰਦਾ ਕੌਣ ਕੀ ਕਰ ਰਿਹਾ, ਬਟ ਉਸਨੂੰ ਜ਼ਿੰਦਗੀ ਦਾ ਅਜਿਹਾ ਹਿੱਸਾ ਨਾ ਬਣਾਓ ਕਿ ਉਸ ਤੋਂ ਉੱਪਰ ਅਸੀਂ ਬਾਹਰ ਨਿਕਲ ਹੀ ਨਹੀਂ ਪਾਉਂਦੇ। ਔਰ ਜੋ ਅਸਲੀ ਰਿਸ਼ਤੇ ਹੋਣੇ ਚਾਹੀਦੇ ਹੈ, ਅਸਲੀ ਜੋ ਸਾਡਾ ਮਿਲਵਰਤਨ ਹੋਣਾ ਚਾਹੀਦਾ, ਉਸ ਨੂੰ ਛੱਡ ਕੇ ਸਾਡੀ ਜ਼ਿੰਦਗੀ ਸਿਰਫ ਇੱਥੇ ਤੱਕ ਹੀ ਰਹਿ ਗਈ ਹੈ। ਇਹ ਇੱਕ ਅਸੀਂ ਕਹਿ ਸਕਦੇ ਹਾਂ ਇੱਕ ਅਜਿਹੀ ਚੁੱਪਚਾਪ ਦੁਨੀਆ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਸ਼ੋਰ ਹੈ। ਵਾਕਈ ਮੈਂ ਹੀ ਮਹਿਸੂਸ ਕੀਤਾ ਹੈ ਕਿ ਜਦੋਂ ਕੋਈ ਇਨਸਾਨ ਫੋਨ 'ਤੇ ਹੈ ਤਾਂ ਸਭ ਕੁਝ ਸ਼ਾਂਤ ਲੱਗ ਰਿਹਾ ਹੈ, ਕੋਈ ਆਵਾਜ਼ ਨਹੀਂ, ਕੁਛ ਨਹੀਂ, ਹੈ ਨਾ। ਲੇਕਿਨ ਉਹ ਬੰਦਾ ਜਿਸ ਨਾਲ ਚੈਟ ਕਰ ਰਿਹਾ ਜਾਂ ਕੀ ਐਕਸਪੈਕਟ ਕਰ ਰਿਹਾ, ਉਸ ਨੂੰ ਲੈ ਕੇ ਸਿੱਧਾ ਦਿਮਾਗ ਵਿੱਚ ਕੀ ਫੀਲਿੰਗ, ਦਿਮਾਗ ਦੇ ਵਿੱਚ ਕੀ ਫੀਲਿੰਗਸ ਚੱਲ ਰਹੀਆਂ ਨੇ, ਇੱਕ ਸ਼ੋਰ ਅਲੱਗ ਤਰ੍ਹਾਂ ਦਾ, ਭਾਵਨਾਵਾਂ ਦਾ ਸ਼ੋਰ ਜ਼ਰੂਰ ਚੱਲਦਾ ਹੈ ਕਿ ਇਹ ਸ਼ਾਂਤ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਭਾਵਨਾਵਾਂ ਦਾ ਸ਼ੋਰ ਮਚਿਆ ਹੋਇਆ, ਜੋ ਇਸ ਦੁਨੀਆ ਵਿੱਚ ਜੋ ਇਹ ਸੋਸ਼ਲ ਐਪਸ ਵਾਲੀ ਜਾਂ ਸੋਸ਼ਲ ਫੇਸਬੁੱਕ ਜਾਂ ਵਟਸਐਪ, ਇਹਨਾਂ ਚੀਜ਼ਾਂ ਵਿੱਚ ਇਹਨਾਂ ਦੁਨੀਆ ਦਾ ਸ਼ੋਰ ਸ਼ਰਾਬਾ ਖ਼ਤਮ ਕਰਨਾ ਹੈ ਨਾ। ਅਗਰ ਤੁਸੀਂ ਇਸ ਮਾਨਸਿਕਤਾ ਤੋਂ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਅਸਲ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਨਾਲ ਉੱਠਣਾ ਬੈਠਣਾ ਸ਼ੁਰੂ ਕਰੀਏ, ਆਪਣੀਆਂ ਭਾਵਨਾਵਾਂ ਡਿਸਕਸ ਕਰਨੀਆਂ ਸ਼ੁਰੂ ਕਰੀਏ। ਪਹਿਲੇ ਟਾਈਮ ਹੁੰਦੇ ਸੀ, ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, ਇਕੱਠੇ ਰਹਿੰਦੇ ਸੀ, ਅਤੇ ਅਗਰ ਕੋਈ ਪਰੇਸ਼ਾਨੀ ਹੁੰਦੀ ਵੀ ਸੀ ਨਾ, ਤੁਹਾਨੂੰ ਕੋਈ ਪ੍ਰੋਬਲਮ ਆਈ ਵੀ, ਤੁਸੀਂ 2 ਮਿੰਟ 4 ਮਿੰਟ ਇਕੱਠੇ ਪਰਿਵਾਰ ਵਾਲਿਆਂ ਨੇ ਬਹਿ ਕੇ ਚਾਹ ਪੀਤੀ, ਗੱਲਾਂ ਬਾਤਾਂ ਕੀਤੀਆਂ, ਉਹਨੇ ਨਾਲ ਤੁਸੀਂ ਪਰੇਸ਼ਾਨੀ ਭੁੱਲ ਜਾਂਦੇ ਸੀ ਕਿ ਆਪਾਂ ਕਿਹੜੀ ਗੱਲ ਨੂੰ ਲੈ ਕੇ ਪਰੇਸ਼ਾਨ ਸੀ, ਯਾਦ ਹੀ ਨਹੀਂ ਰਹਿੰਦਾ ਸੀ। ਕਿਉਂ? ਬਹੁਤ ਗੱਲਾਂ ਹੁੰਦੀਆਂ ਸੀ ਕਰਨ ਨੂੰ, ਬਹੁਤ ਅਜਿਹੇ ਕੰਮ ਹੁੰਦੇ ਸੀ, ਬਹੁਤ ਰੁਝੇਵੇਂ ਹੁੰਦੇ ਸੀ ਜ਼ਿੰਦਗੀ 'ਚ। ਅੱਜ ਕੱਲ੍ਹ ਕੀ ਹੋ ਗਿਆ, ਨਿਊਕਲੀਅਰ ਫੈਮਿਲੀਜ਼ ਨੇ, ਔਰ ਉਸ ਤੋਂ ਵੀ ਗੱਲ ਛੱਡੋ, ਜਿਹੜਾ ਯੂਥ ਹੈ ਪੜ੍ਹਨ ਲਈ ਹੋਸਟਲਸ ਵਿੱਚ ਕਿਤੇ ਘਰਾਂ ਤੋਂ ਦੂਰ ਗਏ ਹੁੰਦੇ ਨੇ, ਜਾਂ ਕੰਮਕਾਜ ਲਈ ਘਰਾਂ ਤੋਂ ਦੂਰ ਗਏ ਹੁੰਦੇ ਨੇ, ਇਕੱਲੇ ਵੀ ਰਹਿ ਰਹੇ ਹੁੰਦੇ ਨੇ, ਜਾਂ ਅਗਰ ਪੀਜੀ ਜਾਂ ਹੋਸਟਲ ਵਿੱਚ ਵੀ ਰਹਿੰਦੇ ਨੇ ਤਾਂ ਦੂਸਰੇ ਨਾਲ ਵਾਲੇ ਪਰਸਨ ਨਾਲ ਉਹ ਬੌਂਡਿੰਗ ਨਹੀਂ ਹੁੰਦੀ ਕਿ ਗੱਲ ਸ਼ੇਅਰ ਕਰੀਏ, ਅਤੇ ਇਸ ਲਈ ਸਿਰਫ ਮੋਬਾਈਲਸ ਵਿੱਚ ਅਸੀਂ ਸੀਮਤ ਕਰ ਲਿਆ ਆਪਣੇ ਆਪ ਨੂੰ, ਇਸ ਦੁਨੀਆ ਦੇ ਵਿੱਚ ਹੀ ਰਿਜ਼ਰਵ ਕਰ ਲਿਆ। ਸੋ ਉਸ ਤੋਂ ਬਾਹਰ ਆ ਕੇ ਨਿਕਲ ਕੇ ਜੋ ਰੀਅਲ ਜ਼ਿੰਦਗੀ ਹੈ ਉਸਦੇ ਵਿੱਚ ਵੀ ਮਜ਼ਬੂਤੀ ਨਾਲ ਰਿਸ਼ਤੇ ਬਣਾਉਣ ਦੀ ਜ਼ਰੂਰਤ ਹੈ। ਅਗਰ ਤੁਸੀਂ ਕਿਸੇ ਨੂੰ ਫਰੈਂਡ ਕਹਿੰਦੇ ਹੋ ਜਾਂ ਆਪਣਾ ਕਹਿੰਦੇ ਹੋ, ਚਾਹੇ ਕੋਈ ਵੀ ਰਿਸ਼ਤਾ, ਭੈਣ ਭਰਾ, ਮਦਰ ਫਾਦਰ, ਹਸਬੈਂਡ ਵਾਈਫ, ਲਵਰ, ਕੋਈ ਵੀ ਰਿਸ਼ਤਾ ਹੈ, ਤਾਂ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਲੱਗੇ ਕਿ ਮੈਨੂੰ ਕੋਈ ਪ੍ਰੋਬਲਮ ਹੈ ਤਾਂ ਮੈਂ ਇੱਥੇ ਡਿਸਕਸ ਕਰਾਂ। ਔਰ ਦੂਸਰੀ ਗੱਲ, ਅਜਿਹਾ ਰਿਸ਼ਤਾ ਕਿ ਜਿੱਥੇ ਤੁਹਾਡੇ ਕੁਝ ਬੋਲੇ ਬਿਨਾਂ ਹੀ ਤੁਹਾਡੀ ਸ਼ਕਲ ਦੇਖ ਕੇ ਹੀ ਸਾਹਮਣੇ ਵਾਲੇ ਨੂੰ ਸਮਝ ਆਏ ਕਿ ਇਸ ਨੂੰ ਕੋਈ ਪ੍ਰੋਬਲਮ ਹੈ। ਉਹ ਹੈ ਰਿਸ਼ਤਿਆਂ ਦੀ ਮਜ਼ਬੂਤੀ।
ਉਹ ਹੈ ਰੀਅਲ ਲਾਈਫ ਦੇ ਰਿਸ਼ਤੇ। ਮੈਂ ਫਿਰ ਕਹੂੰਗੀ ਉਸਦੇ ਵਿੱਚ ਰਿਸ਼ਤਾ ਕੋਈ ਵੀ ਹੋਵੇ, ਭੈਣ ਭਰਾ ਦਾ ਹੋਵੇ, ਤੁਹਾਡਾ ਕੋਈ ਫਰੈਂਡ ਹੈ, ਚਾਹੇ ਹਸਬੈਂਡ ਵਾਈਫ ਨੇ, ਚਾਹੇ ਮਦਰ ਫਾਦਰ ਹੈ, ਕੋਈ ਵੀ ਹੈ, ਤੁਹਾਡੇ ਇਨ-ਲॉज ਦੇ ਵਿੱਚੋਂ ਹੈ, ਕੋਈ ਵੀ ਹੋਵੇ, ਇੰਨਾ ਅਗਰ ਰਿਸ਼ਤੇ ਹੋਣ ਤਾਂ ਇੰਨੀ ਮਜ਼ਬੂਤੀ ਦੇ ਨਾਲ ਬਣਾਏ ਹੋਣ ਕਿ ਤੁਹਾਨੂੰ ਵੇਖ ਕੇ ਹੀ ਦੂਸਰਾ ਬੰਦਾ ਜੱਜ ਕਰ ਲਏ ਕਿ ਇਸ ਨੂੰ ਕੋਈ ਪ੍ਰੋਬਲਮ ਹੈ, ਅੱਜ ਇਹ ਐਵੇਂ ਕਿਉਂ ਹੈ, ਜਾਂ ਅੱਜ ਇਸਦੇ ਬਿਹੇਵੀਅਰ ਵਿੱਚ ਅਲੱਗ ਕਿਉਂ ਹੈ, ਹੁੰਦਾ ਕੀ ਹੈ। ਲੇਕਿਨ ਅੱਜ ਕੱਲ੍ਹ ਜਿੱਥੇ ਤਾਂ ਇਹੋ ਜਿਹੀ ਚੀਜ਼ਾਂ ਕਾਇਮ ਨੇ ਉਹ ਬਹੁਤ ਵਧੀਆ ਗੱਲ ਹੈ। ਅਤੇ ਲੇਕਿਨ ਅੱਜ ਕੱਲ੍ਹ ਕੁਛ ਦੇਖਿਆ ਜਾਂਦਾ, ਲੋਕ ਇੰਨੇ ਬਿਜ਼ੀ ਨੇ, ਕਿਸੇ ਨੂੰ ਕਿਸੇ ਤੋਂ ਕੋਈ ਮਤਲਬ ਨਹੀਂ ਰਹਿੰਦਾ ਕਈ ਲੋਕਾਂ ਨੂੰ। ਸੋ ਉੱਥੇ ਹੀ ਕਮੀਆਂ, ਉੱਥੇ ਹੀ ਕਈ ਵਾਰੀ ਲੋਕਾਂ ਨੂੰ ਸਮਝ ਵੀ ਨਹੀਂ ਆਉਂਦਾ ਕਿ ਡਿਪਰੈਸ਼ਨ ਹੈ। ਲੋਕ ਕਹਿੰਦੇ ਬਹੁਤ ਚਿੜਚਿੜਾ ਹੈ, ਹਮੇਸ਼ਾ ਲੜਦਾ ਹੈ ਜਾਂ ਕੁਛ ਹੈ, ਲੇਕਿਨ ਜਾਂ ਕਹਿੰਦੇ ਇਸਦੀ ਬਿਹੇਵੀਅਰ ਚੇਂਜ ਹੋ ਗਿਆ, ਪਹਿਲਾਂ ਤਾਂ ਐਵੇਂ ਨਹੀਂ ਸੀ। ਸੋ ਇਹ ਚੀਜ਼ਾਂ ਇੱਕ ਸਿੰਪਟਮਸ ਹੁੰਦੇ ਨੇ, ਇਹ ਕੋਈ ਐਵੇਂ ਤਾਂ ਹੈ ਨਹੀਂ ਬੁਖਾਰ ਅਸੀਂ ਥਰਮਾਮੀਟਰ ਲਗਾ ਕੇ ਚੈੱਕ ਕਰ ਲਾਂਗੇ ਕਿ ਇਸ ਨੂੰ ਬੁਖਾਰ ਹੈ ਜਾਂ ਨਹੀਂ। ਇਸ ਲਈ ਡਿਪਰੈਸ਼ਨ ਦਾ ਕੋਈ ਅਜਿਹਾ ਤਾਂ ਹੈ ਨਹੀਂ ਕੁਝ ਕਿ ਕਿਸੇ ਚੀਜ਼ ਨਾਲ ਚੈੱਕ ਕਰ ਲਾਂਗੇ ਕਿ ਹੈ ਕਿ ਨਹੀਂ। ਇਹ ਹੌਲੀ ਹੌਲੀ ਬਿਹੇਵੀਅਰ ਵਿੱਚ ਚੇਂਜ ਆਉਂਦਾ ਜਾਂਦਾ ਅਤੇ ਬੰਦਾ ਜੋ ਹੈ ਆਪਣੇ ਆਪ ਦੇ ਵਿੱਚ ਗੁੰਮ ਹੁੰਦਾ ਜਾਂਦਾ। ਸ਼ੁਰੂ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਕਈ ਵਾਰੀ ਕੁਛ ਆਪਣੇ ਨਜ਼ਦੀਕੀ ਰਿਸ਼ਤਿਆਂ ਵਿੱਚ ਗੱਲ ਨਹੀਂ ਕਰ ਪਾਉਂਦਾ ਕਿ ਮੈਨੂੰ ਕਿਸ ਤਰੀਕੇ ਨਾਲ ਦੇਖਣਗੇ ਕਿ ਮੈਂ ਨਾ ਟੁੱਟ ਰਿਹਾ ਜਾਂ ਟੁੱਟ ਰਹੀ ਹਾਂ। ਸੋ ਅਗਰ ਅਤੇ ਇਹ ਜ਼ਰੂਰ ਕਹਿਣਾ ਚਾਹੂੰਗੀ ਮੈਂ ਕਿ ਅਗਰ ਤੁਸੀਂ ਰੱਬ ਵਿੱਚ ਵਿਸ਼ਵਾਸ ਰੱਖਦੇ ਹੋ, ਖਾਸ ਤੌਰ 'ਤੇ ਜਿਹੜੇ ਲੋਕ ਅਗਰ ਡਿਪਰੈਸ਼ਨ ਵਿੱਚ ਨੇ, ਅਗਰ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ, ਮੇਰੀ ਗੱਲ ਸੁਣ ਰਹੇ ਹੋ, ਤਾਂ ਜ਼ਰੂਰ ਧਿਆਨ ਨਾਲ ਇਹ ਗੱਲ ਸੁਣੋ ਔਰ ਇਸ ਨੂੰ ਅਪਲਾਈ ਜ਼ਰੂਰ ਕਰਨਾ ਆਪਣੀ ਲਾਈਫ ਦੇ ਵਿੱਚ ਤੁਸੀਂ, ਤਾਂ ਕਿ ਤੁਸੀਂ ਖੁਦ ਨੂੰ ਡਿਪਰੈਸ਼ਨ ਵਿੱਚੋਂ ਕੱਢ ਸਕੋ। ਅਗਰ ਤੁਸੀਂ ਰੱਬ ਨੂੰ ਮੰਨਦੇ ਹੋ ਤਾਂ ਤੁਸੀਂ ਸਵੇਰੇ ਸ਼ਾਮ ਪਾਠ ਜ਼ਰੂਰ ਕਰੋ। ਔਰ ਪਾਠ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਜਸਟ ਤੁਸੀਂ ਰੀਡਿੰਗ ਕਰਨੀ ਹੈ। ਤੁਸੀਂ ਚਾਹੇ ਜਿਸ ਵੀ ਧਰਮ 'ਤੇ ਹੋ, ਸਿੱਖ, ਹਿੰਦੂ, ਮੁਸਲਿਮ, ਈਸਾਈ, ਜਿਸ ਵੀ ਧਰਮ ਤੋਂ ਹੋ, ਤੁਸੀਂ ਆਪਣੇ ਧਰਮ ਦਾ ਪਾਠ ਕਰਨਾ ਹੈ। ਔਰ ਉਸ ਨੂੰ ਸਿਰਫ ਰੀਡਿੰਗ ਨਹੀਂ ਕਰਨੀ ਹੈ, ਉਹਨਾਂ ਜੋ ਤੁਸੀਂ ਪੜ੍ਹ ਰਹੇ ਹੋ ਉਸ ਨੂੰ ਸਮਝਣਾ ਹੈ ਕਿ ਆਖਿਰ ਲਿਖਿਆ ਕੀ ਹੋਇਆ, ਉਸਦੇ ਅਰਥ ਸਮਝਣੇ ਨੇ। ਬਹੁਤ ਜ਼ਰੂਰੀ ਹੈ ਕਿ ਅਸੀਂ ਰੀਡਿੰਗ ਨਹੀਂ ਕਰਨੀ ਹੈ, ਅਸੀਂ ਉਹਨਾਂ ਚੀਜ਼ਾਂ ਨੂੰ ਸਮਝ ਕੇ ਫਿਰ ਪਾਠ ਕਰਨਾ ਹੈ। ਔਰ ਉਸ ਤੋਂ ਬਾਅਦ ਤੁਹਾਨੂੰ ਖੁਦ ਬ ਖੁਦ ਇੰਨੀ ਮਜ਼ਬੂਤੀ ਮਹਿਸੂਸ ਹੋਏਗੀ ਜ਼ਿੰਦਗੀ ਦੇ ਵਿੱਚ ਖੁਦ ਨੂੰ ਲੈ ਕੇ। ਔਰ ਤੁਹਾਨੂੰ ਕਦੇ ਵੀ ਇਹ ਨਹੀਂ ਲੱਗੇਗਾ ਕਿ ਤੁਸੀਂ ਇਕੱਲੇ ਹੋ, ਜਾਂ ਤੁਹਾਨੂੰ ਕਦੇ ਵੀ ਐਵੇਂ ਨਹੀਂ ਲੱਗੇਗਾ ਕਿ ਉਸ ਤੋਂ ਬਾਅਦ ਕੋਈ ਰਸਤਾ ਨਹੀਂ ਹੈ। ਈਵਨ ਅਗਰ ਤੁਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਜੋੜਦੇ ਹੋ ਰੱਬ ਦੇ ਨਾਲ, ਤਾਂ ਆਟੋਮੈਟਿਕਲੀ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਹੈ, ਤੁਸੀਂ ਰੱਬ ਅੱਗੇ ਅਰਦਾਸ ਕਰਦੇ ਹੋ, ਤਾਂ ਤੁਹਾਨੂੰ ਸਹੀ ਰਸਤਾ ਵੀ ਜ਼ਰੂਰ ਦਿਖਦਾ ਹੈ ਕਿ ਅਸੀਂ ਹੁਣ ਕੀ ਕਰੀਏ। ਤੁਹਾਨੂੰ ਆਪਣੇ ਆਪ ਰਸਤਾ ਦਿਖਣਾ ਸ਼ੁਰੂ ਹੋ ਜਾਏਗਾ। ਮੈਡੀਟੇਸ਼ਨ ਜ਼ਰੂਰ ਤੁਸੀਂ ਕਰੋ। ਮੈਡੀਟੇਸ਼ਨ ਦੇ ਨਾਲ ਇਹ ਗੱਲਾਂ ਫੋਕੀਆਂ ਨਹੀਂ ਹੈ। ਕਈ ਲੋਕ ਕਹਿੰਦੇ ਆ ਜੀ ਇਹ ਸੁਣਨ ਨੂੰ ਚੰਗਾ ਲੱਗਦਾ ਹੈ ਪਰ ਕਰਨ ਨੂੰ ਨਹੀਂ, ਐਸਾ ਕੁਝ ਨਹੀਂ ਹੈ। ਕਿਉਂਕਿ ਤੁਸੀਂ ਅਗਰ ਡਿਪਰੈਸ਼ਨ ਦੇ ਵਿੱਚ ਹੋ, ਅਗਰ ਅਸੀਂ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਗੱਲ ਕਰ ਲਈਏ, ਅਗਰ ਉਸ ਕੇਸ ਵਿੱਚ ਆਇਆ ਕਿ ਡਿਪਰੈਸ਼ਨ ਵਿੱਚ ਆ ਕੇ ਉਸ ਬੰਦੇ ਨੇ ਸੁਸਾਈਡ ਕਰ ਲਈ, ਉਸਦਾ ਬਹੁਤ ਫੇਮ ਸੀ, ਵਧੀਆ ਕੰਮ ਕੀਤਾ ਅਗਲੇ ਨੇ, ਬਹੁਤ ਫਿਲਮਾਂ ਉਹਦੀਆਂ ਬਹੁਤ ਵਧੀਆ ਆਈਆਂ ਨੇ, ਹੁਣ ਤੱਕ ਵਧੀਆ ਕੰਮ ਕਰਦਾ ਆਇਆ ਬਾਲੀਵੁੱਡ ਵਿੱਚ, ਫਿਲਮਾਂ ਵਿੱਚ, ਸੀਰੀਅਲਸ ਦੇ ਵਿੱਚ, ਲੇਕਿਨ ਸੁਸਾਈਡ ਕਰ ਲਈ। ਕਿਉਂਕਿ ਡਿਪਰੈਸ਼ਨ ਦੇ ਵਿੱਚ ਇੱਕ ਕੁਝ ਸੈਕਿੰਡਸ ਦੀ ਗੱਲ ਹੁੰਦੀ ਹੈ, ਡਿਸੀਜ਼ਨ ਕੁਝ ਸੈਕਿੰਡਸ ਦਾ ਡਿਸੀਜ਼ਨ ਹੁੰਦਾ। ਅਗਰ ਤੁਸੀਂ ਉਸ ਸਿਚੁਏਸ਼ਨ ਵਿੱਚੋਂ, ਉਹਨਾਂ ਕੁਝ ਪਲਾਂ ਵਿੱਚੋਂ ਬਾਹਰ ਨਿਕਲ ਜਾਂਦੇ ਹੋ ਨਾ, ਜਦ ਤੁਸੀਂ ਉਹਨਾਂ ਪਲਾਂ 'ਚੋਂ ਅਗਰ ਬਾਹਰ ਨਿਕਲ ਗਏ, ਚਾਹੇ ਤੁਸੀਂ ਪਹਿਲਾਂ ਬਹੁਤ ਹਾਰੇ ਹੋਏ ਇਨਸਾਨ ਸੀ, ਲੇਕਿਨ ਅਗਰ ਤੁਸੀਂ ਇੱਕ ਵਾਰੀ, ਅਗਰ ਤੁਹਾਡੇ ਦਿਮਾਗ 'ਚ ਚੀਜ਼ ਹਾਵੀ ਹੋ ਰਹੀ ਹੈ ਸੁਸਾਈਡ ਵਾਲੀ, ਅਤੇ ਤੁਸੀਂ ਆਪਣਾ ਹੌਸਲਾ ਕਰਕੇ ਅੱਗੋਂ ਦੀਆਂ ਚੀਜ਼ਾਂ ਨੂੰ ਸਮਝਦੇ ਹੋਏ ਸਹੀ ਡਿਸੀਜ਼ਨ ਲੈ ਕੇ ਬਾਹਰ ਨਿਕਲਦੇ ਹੋ, ਤਾਂ ਤੁਸੀਂ ਇੱਕ ਬਹੁਤ ਹੀ ਮਜ਼ਬੂਤ ਇਨਸਾਨ ਹੋ ਕੇ ਬਾਹਰ ਨਿਕਲਦੇ ਹੋ। ਕਿਉਂਕਿ ਬਹੁਤ ਇੱਕ ਮਜ਼ਬੂਤ ਇਨਸਾਨ ਹੀ ਸਹੀ ਡਿਸੀਜ਼ਨ ਲੈ ਪਾਉਂਦਾ। ਅਤੇ ਇਸ ਲਈ ਉਸ ਮੁਸ਼ਕਿਲ ਸਮੇਂ ਦੇ ਵਿੱਚ ਅਗਰ ਇਨ ਕੇਸ ਕਿਸੇ ਦੇ ਮਾਈਂਡ ਵਿੱਚ ਇਹੋ ਜਿਹੀ ਗੱਲ ਆਉਂਦੀ ਹੈ, ਤਾਂ ਜ਼ਰੂਰ ਆਪਣੀ ਜ਼ਿੰਦਗੀ ਦੀ ਵਿੱਚ ਉਹਨਾਂ ਚੀਜ਼ਾਂ ਬਾਰੇ ਸੋਚੋ ਜੋ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ, ਤੁਹਾਡੇ ਪੇਰੈਂਟਸ, ਤੁਹਾਡੇ ਕਲੋਜ਼ ਰਿਸ਼ਤੇ, ਉਹਨਾਂ ਚੀਜ਼ਾਂ ਬਾਰੇ ਸੋਚੋ, ਉਹਨਾਂ ਰਿਸ਼ਤਿਆਂ ਬਾਰੇ ਸੋਚੋ ਜੋ ਤੁਹਾਡੇ ਬਿਨਾਂ ਰਹਿ ਨਹੀਂ ਸਕਦੇ, ਜਿਨ੍ਹਾਂ ਨਾਲ, ਜੋ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਕਿਉਂਕਿ ਡਿਪਰੈਸ਼ਨ ਵਾਲੇ ਇਨਸਾਨ ਨੂੰ ਇਹੀ ਲੱਗਦਾ, ਚਾਹੇ ਉਸਦੇ ਆਸ-ਪਾਸ ਦੇ ਲੋਕ ਉਸਨੂੰ ਪਿਆਰ ਕਰਦੇ ਹੋਣ, ਲੇਕਿਨ ਉਸ ਇਨਸਾਨ ਨੂੰ ਸ਼ਾਇਦ ਇਹ ਲੱਗੇਗਾ ਕਿ ਮੈਨੂੰ ਕੋਈ ਪਿਆਰ ਨਹੀਂ ਕਰਦਾ। ਉਹ ਅਲੱਗ ਚੀਜ਼ਾਂ ਨੇ। ਕੁਝ ਕੇਸਿਸ ਇਹ ਹੁੰਦੇ ਆ ਕਿ ਕੁਝ ਪਰਿਵਾਰਾਂ ਵਿੱਚ ਹੀ ਇਹੋ ਜਿਹਾ ਕਲੇਸ਼ ਚੱਲ ਰਿਹਾ ਹੁੰਦਾ ਕਿ ਉਸ 'ਚੋਂ ਬੰਦੇ ਨੂੰ ਆਟੋਮੈਟਿਕਲੀ ਫੀਲ ਵੀ ਹੁੰਦਾ, ਔਰ ਉਹ ਵਾਸਤਵ ਵਿੱਚ ਪ੍ਰੈਕਟੀਕਲੀ ਹੋ ਵੀ ਰਿਹਾ ਹੁੰਦਾ ਹੈ ਕਿ ਸਹੀ ਨਹੀਂ ਹੈ ਚੀਜ਼ਾਂ, ਬੰਦੇ ਨੂੰ ਲੱਗਦਾ। ਅਤੇ ਅਗਰ ਮੈਂ ਉਸ ਚੀਜ਼ 'ਚ ਵੀ ਗੱਲ ਕਰ ਲੈਂਦੀ ਹਾਂ ਕਿ ਅਗਰ ਕੁਝ ਫੈਮਿਲੀਜ਼ ਦੇ ਵਿੱਚ ਕੁਝ ਜੋ ਲੇਡੀਜ਼ ਦੇ ਨਾਲ ਕਈ ਵਾਰੀ ਹੁੰਦਾ ਕਿ ਘਰ ਪਰਿਵਾਰ ਵਿੱਚ ਚੀਜ਼ਾਂ ਸਹੀ ਨਹੀਂ ਚੱਲ ਰਹੀਆਂ, ਅਤੇ ਉਹ ਜੋ ਹਾਊਸ ਵਾਈਫਸ ਹੁੰਦੀਆਂ ਨੇ, ਕਈ ਵਾਰੀ ਉਹਨਾਂ ਦਾ ਇੰਨਾ ਸਰਕਲ ਨਹੀਂ ਹੁੰਦਾ
ਕਿਉਂਕਿ ਇੱਕ ਤਾਂ ਹੁੰਦਾ ਨਾ ਜੋ ਜੋਬ ਤੇ ਜਾ ਰਿਹਾ ਉਹਦਾ ਸਰਕਲ ਹੈ ਕਿਤੇ ਆਣਾ ਜਾਣਾ ਗੱਲਬਾਤ ਕਰ ਲਈ, ਹਾਲਾਂਕਿ ਚਾਹੇ ਕਿ ਜੋਬ ਤੇ ਜਾਣ ਵਾਲੇ ਵੀ ਅੱਜ ਕੱਲ੍ਹ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਨੇ, ਚਾਹੇ ਫੈਮਿਲੀ ਇਸ਼ੂਜ਼ ਕਰਕੇ ਹੀ ਹੋਣ, ਕਿਉਂਕਿ ਆਫਿਸਿਸ ਦੇ ਵਿੱਚ ਵੀ ਕੋਈ ਆਪਣੇ ਪਰਸਨਲ ਇਸ਼ੂਜ਼ ਨੂੰ ਨਹੀਂ ਲੈ ਕੇ ਜਾਣਾ ਚਾਹੁੰਦਾ, ਉਹਨੂੰ ਹੁੰਦਾ ਕਿ ਨਹੀਂ ਅਸੀਂ ਆਫਿਸ ਵਿੱਚ ਕਿਉਂ ਗੱਲ ਕਰਨੀ, ਅਤੇ ਹਾਊਸਵਾਈਫ ਦਾ ਤਾਂ ਬਿਲਕੁਲ ਹੀ ਸਰਕਲ ਨਹੀਂ ਹੁੰਦਾ। ਸੋ ਉੱਥੇ ਵੀ ਜ਼ਰੂਰ ਸਹੀ ਡਿਸੀਜ਼ਨ ਲੈ ਲੈਣਾ ਚਾਹੀਦਾ ਹੈ, ਬਜਾਏ ਕਿ ਸਾਰੀ ਉਮਰ ਕੁੱਟ-ਕੁੱਟ ਕੇ ਮਰਨ ਦੇ ਬੈਠ ਕੇ ਚੀਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਏ, ਨਹੀਂ ਸੋਲਵ ਹੋ ਰਹੀ ਤਾਂ ਉਸ ਨੂੰ ਅੱਗੋਂ ਕਿਵੇਂ ਦੇਖਿਆ ਜਾਏ, ਜਾਂ ਲੌਂਗ ਟਰਮ ਸੋਚ ਕੇ ਜ਼ਰੂਰ ਸਹੀ ਡਿਸੀਜ਼ਨ ਲੈਣਾ ਚਾਹੀਦਾ, ਲੇਕਿਨ ਸੁਸਾਈਡ ਵਰਗਾ ਸਟੈਪ ਕਿਸੇ ਨੂੰ ਵੀ ਨਹੀਂ ਸੋਚਣਾ ਚਾਹੀਦਾ। ਸੋ ਮੈਂ ਹੀ ਕਹਿਣਾ ਚਾਹੂੰਗੀ ਕਿ ਪਾਠ ਜ਼ਰੂਰ ਕਰਨਾ ਚਾਹੀਦਾ ਹੈ, ਰੱਬ ਨੂੰ ਯਾਦ ਰੱਖਣਾ ਚਾਹੀਦਾ। ਜਦ ਤੁਸੀਂ ਸਵੇਰੇ ਸ਼ਾਮ ਰੱਬ ਨੂੰ ਅਰਦਾਸ ਕਰੋਗੇ, ਪਹਿਲੀ ਗੱਲ ਤੁਹਾਡੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਨਹੀਂ, ਮੈਂ ਇਹ ਨਹੀਂ ਕਹਿੰਦੀ ਬਿਲਕੁਲ ਨਹੀਂ ਆਉਣਗੀਆਂ, ਜੋ ਸਾਡਾ ਲਿਖਿਆ ਜੋ ਰੂਟੀਨ ਹੈ ਜ਼ਿੰਦਗੀ ਦਾ ਸਭ ਦੀ ਦਾ, ਅਗਰ ਅਸੀਂ ਕੁਝ ਕੰਮ ਕਰ ਰਹੇ ਹਾਂ ਉਸਦੇ ਚੰਗੇ ਪੋਜ਼ੀਟਿਵ ਨੈਗੇਟਿਵ ਦੋਵੇਂ ਪੱਖ ਹੁੰਦੇ ਨੇ, ਲੇਕਿਨ ਸਾਡੀ ਮਾਨਸਿਕ ਮਜ਼ਬੂਤੀ ਇੰਨੀ ਕੁ ਅਸੀਂ ਮਜ਼ਬੂਤ ਹੋ ਜਾਂਦੇ ਹਾਂ ਕਿ ਸਾਨੂੰ ਹਰ ਤਰ੍ਹਾਂ ਦੇ ਚੀਜ਼ਾਂ ਵਿੱਚੋਂ ਨਿਕਲਣਾ ਆ ਜਾਂਦਾ, ਚਾਹੇ ਔਖੇ ਰਾਹ ਚਾਹੇ ਸੌਖੇ ਸਾਹ, ਸਾਨੂੰ ਹਰ ਨਿਭਾਉਣੇ ਆ ਜਾਂਦੇ ਨੇ। ਮੁਸ਼ਕਿਲ ਸਮਿਆਂ ਦੇ ਵਿੱਚ ਅਸੀਂ ਕਿਵੇਂ ਸਟੈਂਡ ਕਰਨਾ ਹੈ, ਕਿਵੇਂ ਅਸੀਂ ਆਪਣੇ ਆਪ ਨੂੰ ਡਿੱਗਣ ਨਹੀਂ ਦੇਣਾ, ਹਾਰਿਆ ਹੋਇਆ ਮਹਿਸੂਸ ਨਹੀਂ ਕਰਨਾ, ਉਹ ਸਾਡੇ ਵਿੱਚ ਵਿਲ ਪਾਵਰ ਆ ਜਾਂਦੀ ਹੈ। ਸੋ ਇਸ ਲਈ ਬਹੁਤ ਜ਼ਰੂਰੀ ਹੈ ਤੁਸੀਂ ਅਗਰ ਖੁਦ ਨੂੰ ਕਦੀ ਪਰੇਸ਼ਾਨ ਫੀਲ ਕਰੋ ਤਾਂ ਪਾਠ ਜ਼ਰੂਰ ਕਰੋ। ਈਵਨ ਮੈਂ ਵੀ ਕਹੂੰਗੀ ਠੀਕ ਹੈ, ਕਈ ਵਾਰੀ ਅਸੀਂ ਮਿਊਜ਼ਿਕ ਸੁਣਦੇ ਹਾਂ ਨਾ, ਅਸੀਂ ਲੋਕ ਜਦੋਂ ਮਿਊਜ਼ਿਕ ਸੁਣਦੇ ਹਾਂ ਨਾ, ਇਹ ਆਟੋਮੈਟਿਕਲੀ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਨਾ ਤਾਂ ਅਸੀਂ ਸੈਡ ਸੌਂਗਸ ਹੀ ਸੁਣਦੇ ਹਾਂ, ਸੈਡ ਮਿਊਜ਼ਿਕ ਸੁਣਦੇ ਹਾਂ, ਹੈ ਨਾ, ਵਰਡਿੰਗ ਪੂਰੀ ਉਹੋ ਜਿਹੀ ਲੱਭ ਕੇ ਸੁਣਾਂਗੇ ਜਿਸ ਵਿੱਚ ਰੋਣਾ ਧੋਣਾ ਹੋਏਗਾ, ਹੋਰ ਅਸੀਂ ਡਿਪਰੈਸ ਹੋ ਜਾਵਾਂਗੇ। ਸੋ ਇੱਥੇ ਤੁਸੀਂ ਆਪਣੇ ਆਪ ਲਈ ਕੰਮ ਕਰਨਾ ਹੈ, ਤੁਸੀਂ ਕਿਸੇ ਹੋਰ ਦੇ ਲਈ ਨਹੀਂ, ਆਪਣੇ ਆਪ ਲਈ ਕੰਮ ਕਰਨਾ ਹੈ। ਉਸ ਮੁਸ਼ਕਿਲ ਦੇ ਟਾਈਮ ਵਿੱਚ ਤੁਸੀਂ ਸੈਡ ਸੌਂਗ ਬਿਲਕੁਲ ਨਹੀਂ ਸੁਣਨੇ। ਇਹ ਰਾਏ ਖਾਸ ਤੌਰ 'ਤੇ ਉਹਨਾਂ ਲਈ ਹੈ ਜੋ ਲਵ ਅਫੇਅਰਸ ਵਿੱਚ ਹੁੰਦੇ ਨੇ, ਕਿਸੇ ਦਾ ਬ੍ਰੇਕਅਪ ਹੋ ਗਿਆ, ਜੋ ਮਤਲਬ ਇਹੋ ਜਿਹੀ ਚੀਜ਼ਾਂ ਜੋ ਅੱਜ ਕੱਲ੍ਹ ਚੱਲ ਰਹੀਆਂ, ਉਸ ਨੂੰ ਲੈ ਕੇ ਡਿਪਰੈਸ਼ਨ ਵਿੱਚ ਹੋ ਕੇ ਉਸ ਤੋਂ ਬਾਅਦ ਸੈਡ ਸੌਂਗ ਸੁਣਨੇ ਸ਼ੁਰੂ ਹੋ ਜਾਂਦੇ ਨੇ, ਉਸ ਨਾਲ ਹੋਰ ਜ਼ਿਆਦਾ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ। ਸੋ ਤੁਸੀਂ ਸੈਡ ਸੌਂਗ ਬਿਲਕੁਲ ਨਹੀਂ ਸੁਣਨੇ, ਕਿਉਂਕਿ ਮੈਂ ਸੋਚਦੀ ਹਾਂ ਕਿ ਅੱਜ ਦਾ ਯੂਥ ਅਗਰ ਇਹ ਡਿਪਰੈਸ਼ਨ ਵਾਲੀ ਇੰਨੀ ਚੀਜ਼ਾਂ ਵੱਧ ਰਹੀਆਂ ਤਾਂ ਕੀ ਬਣੇਗਾ ਅੱਗੋਂ। ਜ਼ਰੂਰੀ ਹੈ ਸਾਨੂੰ ਕਿ ਅਸੀਂ ਮੋਟੀਵੇਸ਼ਨਲ ਚੀਜ਼ਾਂ ਸੁਣੀਏ, ਇਹੋ ਜਿਹੀਆਂ ਫਿਲਮਾਂ ਦੇਖੀਏ ਜਿਨ੍ਹਾਂ ਤੋਂ ਸਾਨੂੰ ਕੁਝ ਸਿੱਖ ਮਿਲਦੀ ਹੈ, ਸਾਨੂੰ ਜ਼ਿੰਦਗੀ ਵਿੱਚ ਕੁਝ ਕਰਨ ਦਾ ਜਜ਼ਬਾ ਮਿਲਦਾ ਹੈ। ਕੁਝ ਹੋਰ ਨਹੀਂ ਨਾ ਤਾਂ ਤੁਸੀਂ ਅਗਰ ਅਸੀਂ ਆਪਣੇ ਮੈਂ ਅਗਰ ਸਿੱਖ ਹਿਸਟਰੀ ਦੀ ਗੱਲ ਕਰ ਲਾਂ, ਵੈਸੇ ਸਾਡੇ ਜੋ ਇੰਡੀਆ ਦਾ ਭਾਰਤ ਦਾ ਇਤਿਹਾਸ ਹੀ ਬਹੁਤ ਹੀ ਵਧੀਆ ਹੈ, ਉਹ ਚੀਜ਼ਾਂ ਨੂੰ ਪੜ੍ਹੀਏ। ਅਗਰ ਮੈਂ ਸਿੱਖ ਇਤਿਹਾਸ ਦੀ ਕਰ ਲਾਂ ਗੱਲ ਤਾਂ ਸਾਡੇ ਗੁਰੂਆਂ ਨੇ ਜਾਂ ਇੰਨੇ ਸ਼ਹੀਦ ਹੋਏ ਨੇ, ਉਹਨਾਂ ਦੀਆਂ ਅਗਰ ਅਸੀਂ ਕਿਸੇ ਕਹਾਣੀਆਂ ਸਾਕੇ ਅਸੀਂ ਪੜ੍ਹੀਏ ਤਾਂ ਇੱਕ ਤੁਹਾਨੂੰ ਐਨਰਜੀ ਮਿਲੇਗੀ ਕਿ ਪਤਾ ਚੱਲਦਾ ਕਿ ਅਗਰ ਅਸੀਂ ਜ਼ਿੰਦਗੀ ਜੀ ਰਹੇ ਹਾਂ ਤਾਂ ਕਿਹੜੇ ਮਾਇਨਿਆਂ ਦੇ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ। ਇੱਕ ਜਜ਼ਬਾ, ਇੱਕ ਜਨੂੰਨ ਤੁਹਾਡੀ ਜ਼ਿੰਦਗੀ ਵਿੱਚ ਪੈਦਾ ਹੁੰਦਾ, ਫਿਰ ਤੁਹਾਨੂੰ ਇਕੱਲਿਆਂ ਕਦੀ ਡਰ ਨਹੀਂ ਲੱਗੇਗਾ। ਇਸ ਲਈ ਜੋਸ਼ੀਲੀਆਂ ਚੀਜ਼ਾਂ ਪੜ੍ਹੋ, ਸੁਣੋ, ਕਰੋ, ਲਿਖੋ, ਜੋ ਵੀ ਚੀਜ਼ਾਂ ਕਰੋ, ਕ੍ਰੀਏਟੀਵਿਟੀ, ਆਪਣਾ ਦਿਮਾਗ ਲਗਾਓ, ਅਸੀਂ ਕੀ ਕਰ ਸਕਦੇ ਹਾਂ। ਅਗਰ ਤੁਸੀਂ ਡਿਪਰੈਸ਼ਨ ਦੇ ਵਿੱਚ ਵੀ ਹੋ ਉਸ ਟਾਈਮ ਆਪਣੇ ਆਪ ਨੂੰ ਕਿਸੇ ਹੋਰ ਚੀਜ਼ ਵੱਲ ਡਾਇਵਰਟ ਕਰ ਲਓ। ਤੁਸੀਂ ਖੁਦ ਨਾਲ ਇਹ ਜ਼ਿੱਦ ਕਰ ਲਓ ਕਿ ਮੈਂ ਖੁਦ ਨੂੰ ਡਿਪਰੈਸ਼ਨ ਦੇ ਵਿੱਚ ਨਹੀਂ ਜਾਣ ਦੇਣਾ, ਕਿਉਂਕਿ ਜਿਹੜਾ ਇਨਸਾਨ ਡਿਪਰੈਸ਼ਨ ਦੇ ਵਿੱਚ ਹੈ ਉਸ ਨੂੰ ਪਤਾ ਚੱਲ ਚੁੱਕਿਆ ਹੁੰਦਾ ਹੈ ਕਿ ਮੈਂ ਬਦਲ ਰਿਹਾ ਜਾਂ ਬਦਲ ਰਹੀ ਹਾਂ, ਉਸ ਨੂੰ ਪਤਾ ਹੁੰਦਾ ਹੈ ਕਿ ਮੈਂ ਡਿਪਰੈਸ਼ਨ ਵਿੱਚ ਹਾਂ। ਅਤੇ ਇੱਥੇ ਤੁਸੀਂ ਆਪਣੇ ਆਪ ਲਈ ਕੰਮ ਜ਼ਰੂਰ ਕਰਨਾ ਹੈ। ਤੁਸੀਂ ਇਹ ਜ਼ਿੱਦ ਕਰਨੀ ਹੈ ਕਿ ਮੈਂ ਖੁਦ ਨੂੰ ਇਸ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੋਣ ਦੇਣਾ, ਮੈਂ ਆਪਣੇ ਆਪ ਨੂੰ ਇਸ ਡਿਪਰੈਸ਼ਨ 'ਚੋਂ ਬਾਹਰ ਕੱਢਣਾ ਹੀ ਕੱਢਣਾ ਹੈ, ਹਰ ਹਾਲ ਦੇ ਵਿੱਚ ਕੱਢਣਾ ਹੈ। ਅੱਗੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮੌਕੇ ਨੇ ਮੇਰੇ ਲਈ, ਇਸ ਜ਼ਿੰਦਗੀ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਹੈ। ਫਿਰ ਕੀ ਹੋਇਆ, ਤੁਸੀਂ ਇੱਕ ਵਾਰੀ ਫੇਲ ਹੋਵੋਗੇ, 2 ਵਾਰੀ, 3 ਵਾਰੀ, 4 ਵਾਰੀ, 5 ਵਾਰੀ, 6 ਵਾਰੀ, 7 ਵਾਰੀ, 8, ਕਿੰਨੀ ਵਾਰ ਅਖੀਰ ਤੁਹਾਨੂੰ ਜ਼ਿੰਦਗੀ ਵਿੱਚ ਜੋ ਤੁਸੀਂ ਚਾਹੁੰਦੇ ਹੋ ਤੁਸੀਂ ਅਚੀਵ ਕਰ ਸਕੋਗੇ, ਚੰਗੀ ਤਰ੍ਹਾਂ ਸਿੱਖ ਕੇ। ਕਈ ਵਾਰੀ ਹੁੰਦਾ ਹੈ ਲੋਕ ਯੂਥ ਦੇ ਵਿੱਚ ਹੁੰਦਾ ਕੋਈ ਕੰਮ ਕਰਨਾ ਚਾਹ ਰਹੇ ਨੇ, ਲੇਕਿਨ ਬਾਰ-ਬਾਰ ਕਰਕੇ ਵੀ ਸਕਸੈਸ ਨਹੀਂ ਮਿਲ ਰਹੀ, ਸੋਕੇ ਨਹੀਂ ਮਿਲ ਰਹੀ। ਤਾਂ ਅਗਰ ਨਹੀਂ ਮਿਲ ਰਹੀ ਤਾਂ ਤੁਸੀਂ ਕੁਝ ਸਿੱਖ ਤਾਂ ਰਹੇ ਹੋ ਨਾ ਐਟਲੀਸਟ। ਅਗਰ ਰਿਸ਼ਤਿਆਂ ਦੀ ਗੱਲ ਹੈ, ਅਗਰ ਲਵ ਅਫੇਅਰਸ ਦੀ ਗੱਲ ਆ ਜਾਏ, ਤੁਹਾਡਾ ਕਈ ਲੜਕੀਆਂ ਜਾਂ ਲੜਕੇ ਦਾ ਹੁੰਦਾ ਹੈ ਉਹ ਆਪਣੇ ਵੱਲੋਂ ਸੱਚੇ ਦਿਲੋਂ ਰਿਸ਼ਤੇ ਨਿਭਾਉਂਦੇ ਨੇ, ਪਰ ਬਾਰ-ਬਾਰ ਦੂਸਰੀ ਸਾਈਡ ਤੋਂ ਜੋ ਹੈ ਬ੍ਰੇਕਅਪ ਹੋ ਜਾਂਦਾ, ਤਾਂ ਵੀ ਇਹ ਤੁਹਾਨੂੰ ਰਿਸ਼ਤਿਆਂ ਦੀ ਪਰਖ ਹੋ ਰਹੀ ਹੈ। ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਡਿਪਰੈਸ਼ਨ ਵਿੱਚ ਨਹੀਂ ਜਾਣਾ। ਖੁਦ ਨੂੰ ਮੈਂ ਫੇਲ ਹੋ ਰਹੇ ਹੋ, ਇੱਕ ਦਿਨ ਤਾਂ ਤੁਸੀਂ ਜਿੱਤ ਜਾਓਗੇ। ਜੇ ਤੁਸੀਂ ਸੱਚੀ ਮਿਹਨਤ ਕਰ ਰਹੇ ਹੋ ਤਾਂ ਤੁਹਾਡੀ ਫੇਲੀਅਰ ਵਿੱਚ ਵੀ ਤੁਸੀਂ ਕੁਛ ਨਾ ਕੁਛ ਸਿੱਖੋਗੇ ਜ਼ਰੂਰ। ਹਰੇਕ ਦੇ ਨਾਲ ਐਵੇਂ ਹੁੰਦਾ ਜ਼ਿੰਦਗੀ ਦੇ ਵਿੱਚ,
ਇਹ ਜ਼ਰੂਰ ਸੋਚੋ, ਹਰ ਕੋਈ ਜਿਹੜਾ ਵੀ ਵੱਡੇ ਤੋਂ ਵੱਡਾ ਇਨਸਾਨ ਹੈ ਜਿਸਨੇ ਜ਼ਿੰਦਗੀ ਦੇ ਵਿੱਚ ਕੁਝ ਅਚੀਵ ਕੀਤਾ ਤਾਂ ਉਹਨੇ ਪਹਿਲੀ ਵਾਰ 'ਚ ਅਚੀਵ ਨਹੀਂ ਕਰ ਲਿਆ। ਉਸ ਇਨਸਾਨ ਨੇ ਵੀ ਡਿੱਗ ਡਿੱਗ ਕੇ ਹੀ ਆਪਣੀ ਮੰਜ਼ਿਲ ਪਾਈ ਹੈ। ਸੋ ਹਰ ਫੇਲੀਅਰ ਤੋਂ ਕੁਛ ਨਾ ਕੁਛ ਸਿੱਖਣ ਦੀ ਆਦਤ ਪਾ ਲਓ, ਬਜਾਏ ਕਿ ਉਸ ਨੂੰ ਲੈ ਕੇ ਮਾਯੂਸ ਹੋ ਜਾਓ ਕਿ ਮੈਂ ਤਾਂ ਬਹੁਤ ਮਿਹਨਤ ਕੀਤੀ ਸੀ, ਇੰਨਾ ਟਾਈਮ ਸਪੈਂਡ ਵੀ ਕੀਤਾ ਸੀ, ਬਟ ਮੇਰੀ ਮਿਹਨਤ ਨਹੀਂ ਸਹੀ ਮੁੱਲ ਮਿਲਿਆ। ਸੋ ਹਰ ਫੇਲਿਅਰ ਤੋਂ ਕੁਛ ਸਿੱਖਣ ਦੀ ਆਦਤ ਪਾ ਲਓ। ਅਗਰ ਰਿਸ਼ਤਿਆਂ ਵਿੱਚ ਵੀ ਫੇਲਿਅਰ ਹੋਇਆ, ਉਸ ਦੇ ਵਿੱਚ ਵੀ ਕੁਛ ਸਿੱਖਣ ਦੀ ਆਦਤ ਪਾ ਲਓ। ਅਗਰ ਨਹੀਂ ਨਿਭੀ ਕਿਸੇ ਦੇ ਨਾਲ, ਤਾਂ ਜ਼ਰੂਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਉਸ ਤੋਂ ਬਾਅਦ ਇਨਸਾਨਾਂ ਨੂੰ ਸਮਝਣਾ ਆ ਜਾਂਦਾ ਹੈ, ਰਿਸ਼ਤਿਆਂ ਨੂੰ ਸਮਝਣਾ ਆ ਜਾਂਦਾ ਹੈ। ਜਾਂ ਫਿਰ ਅਸੀਂ ਇਹ ਸੋਚ ਕੇ ਉਸ ਚੀਜ਼ ਤੋਂ ਪਿੱਛੇ ਹਟ ਜਾਓ ਕਿ ਠੀਕ ਹੈ, ਸ਼ਾਇਦ ਸਾਡੀ ਸੋਚ ਨਹੀਂ ਮਿਲਦੀ ਸੀ, ਬਜਾਏ ਕਿ ਆਪਾਂ ਕਿਸੇ ਨੂੰ ਗਲਤ ਕਹੀ ਜਾਈਏ, ਚਾਹੇ ਤੁਹਾਡੇ ਨਾਲ ਬਹੁਤ ਗਲਤ ਵੀ ਕਰ ਗਿਆ ਹੋਵੇ ਕੋਈ, ਬਟ ਅਗਰ ਅਸੀਂ ਇਹ ਸੋਚ ਰੱਖਾਂਗੇ ਕਿ ਠੀਕ ਹੈ, ਸ਼ਾਇਦ ਸਾਡੀ ਸੋਚ ਨਹੀਂ ਮਿਲਦੀ ਹੋਣੀ, ਆ ਹੋ ਗਿਆ, ਤਾਂ ਇਸ ਦੇ ਨਾਲ ਕੀ ਹੈ, ਤੁਸੀਂ ਖੁਦ ਨੂੰ ਹੋਰ ਜ਼ਿਆਦਾ ਮਾਨਸਿਕ ਪਰੇਸ਼ਾਨ ਹੋਣ ਤੋਂ ਬਚਾ ਲੋਗੇ। ਹਾਂ, ਬਾਰ-ਬਾਰ ਸੋਚੀ ਜਾਓਗੇ ਉਸਨੇ ਮੇਰੇ ਨਾਲ ਗਲਤ ਕੀਤਾ ਤਾਂ ਫਿਰ ਕੀ ਹੋ ਜਾਏਗਾ? ਉਸ ਬੰਦੇ ਨੂੰ ਫਰਕ ਨਹੀਂ ਪੈ ਰਿਹਾ ਅਗਰ ਤੁਸੀਂ ਸੋਚ ਰਹੇ ਹੋ ਆਪਣੇ ਮਨ ਦੇ ਵਿੱਚ ਕਿ ਉਸਨੇ ਮੇਰੇ ਨਾਲ ਗਲਤ ਕੀਤਾ। ਜਿਹਨੇ ਗਲਤ ਕੀਤਾ ਉਹਨੇ ਗਲਤ ਕੀਤਾ ਔਰ ਤੁਰਦਾ ਬਣਿਆ, ਉਹ ਆਪਣੀ ਜ਼ਿੰਦਗੀ ਦੇ ਵਿੱਚ ਮੌਜ ਮਸਤੀ ਕਰ ਰਿਹਾ, ਉਸਨੂੰ ਕੋਈ ਫਰਕ ਨਹੀਂ ਪੈ ਰਿਹਾ ਤੁਹਾਡੇ ਨਾਲ, ਠੀਕ ਹੈ। ਇਸ ਤੋਂ ਬਾਅਦ ਤੁਹਾਡਾ ਸਟੈਪ ਹੈ ਕਿ ਤੁਸੀਂ ਉਸ ਬੰਦੇ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦੇਣਾ, ਚਾਹੇ ਉਹ ਬਿਜ਼ਨਸ ਦੀ ਗੱਲ ਹੋਵੇ, ਚਾਹੇ ਰਿਸ਼ਤਿਆਂ ਦੀ, ਲਵ ਅਫੇਅਰਸ ਦੀ, ਚਾਹੇ ਜ਼ਿੰਦਗੀ ਵਿੱਚ ਕੋਈ ਕੰਮਕਾਜ ਦੀ, ਆਫਿਸਿਸ ਦੀ, ਕੋਈ ਵੀ ਗੱਲ ਹੋਵੇ। ਕੋਈ ਗਲਤ ਕਰ ਗਿਆ ਤੁਸੀਂ ਉਸ ਨੂੰ ਆਪਣੇ ਦਿਮਾਗ 'ਚੋਂ ਕੱਢ ਦੇਣਾ ਔਰ ਅੱਗੋਂ ਦੇਖਣਾ ਕਿ ਤੁਸੀਂ ਸਮਝ ਗਏ ਕਿ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਔਰ ਇਸ ਤਰ੍ਹਾਂ ਦਾ ਬਿਹੇਵੀਅਰ ਕਰ ਜਾਂਦੇ ਨੇ, ਤਾਂ ਤੁਸੀਂ ਕੁਝ ਸਿੱਖ ਲਿਆ, ਕੁਝ ਸਿੱਖਿਆ ਤੁਸੀਂ ਨਵਾਂ। ਅਤੇ ਉਸ ਤੋਂ ਬਾਅਦ ਜ਼ਿੰਦਗੀ ਵਿੱਚ ਮੈਂ ਕਹਿੰਦੀ ਹਾਂ ਬਸ ਕੁਝ ਅੱਛਾ ਕਰਨ ਦੀ ਜੋ ਤਾਂਘ ਹੈ, ਇੱਕ ਚੁਆਇਸ ਹੈ, ਇਹ ਬਣਾ ਲਓ ਆਪਣੀ ਜ਼ਿੰਦਗੀ ਵਿੱਚ ਕਿ ਮੈਂ ਕੁਝ ਵਧੀਆ ਕਰਦੇ ਰਹਿਣਾ, ਮੈਂ ਕੁਝ ਵਧੀਆ ਸਿੱਖਦੇ ਰਹਿਣਾ। ਤੁਹਾਡੀ ਇਹ ਸੋਚ ਰਹੇਗੀ ਤਾਂ ਤੁਸੀਂ ਜ਼ਰੂਰ ਅੱਗੇ ਵਧੋਗੇ। ਔਰ ਡਿਪਰੈਸ਼ਨ ਵਿੱਚ ਅਗਰ ਹੋ ਤਾਂ ਖੁਦ ਨੂੰ ਬਿਜ਼ੀ ਰੱਖੋ ਕਿਸੇ ਨਾ ਕਿਸੇ ਕੰਮ ਦੇ ਵਿੱਚ, ਹਮੇਸ਼ਾ ਚੰਗੀਆਂ ਗੱਲਾਂ ਕਰੋ, ਆਪਣੇ ਫਰੈਂਡਸ ਨਾਲ ਬਾਹਰ ਜਾਓ, ਗੱਲਬਾਤ ਕਰੋ, ਅਤੇ ਪਾਠ ਜ਼ਰੂਰ ਕਰਨਾ ਸਵੇਰੇ ਸ਼ਾਮ। ਤੁਸੀਂ ਪੜ੍ਹਨਾ ਨਹੀਂ ਹੈ, ਅਰਥਾਂ ਨੂੰ ਸਮਝ ਕੇ ਫਿਰ ਤੁਸੀਂ ਪਾਠ ਕਰਨਾ ਹੈ। ਔਰ ਦੂਸਰੀ ਸਾਈਡ ਤੋਂ ਅਗਰ ਗੱਲ ਕਰੀਏ ਕਿ ਅਗਰ ਤੁਹਾਡੇ ਆਸ-ਪਾਸ ਤੁਹਾਡਾ ਕੋਈ ਫਰੈਂਡ ਸਰਕਲ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਬਹੁਤ ਪਰੇਸ਼ਾਨ ਹੈ, ਤਾਂ ਅਗਰ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਤਾਂ ਇਹ ਨਾ ਸੋਚੋ ਯਾਰ ਇਹ ਫਿਰ ਮੇਰਾ ਟਾਈਮ ਵੇਸਟ ਕਰੇਗਾ, ਇਹਨੇ ਫਿਰ ਮੇਰੇ ਨਾਲ ਅੱਧਾ ਪੌਣਾ ਘੰਟਾ ਗੱਲ ਕਰੇਗਾ ਅਤੇ ਮੈਂ ਇਸਦੀ ਕਾਲ ਹੀ ਨਹੀਂ ਚੱਕਦਾ। ਐਵੇਂ ਨਹੀਂ ਕਰਨਾ, ਗੱਲ ਜ਼ਰੂਰ ਸੁਣਨੀ ਹੈ ਉਸ ਬੰਦੇ ਦੀ। ਗੱਲ ਸੁਣਨ ਵਿੱਚ ਕੁਝ ਨਹੀਂ ਜਾਂਦਾ, ਕੀ ਪਤਾ ਕਈ ਵਾਰੀ ਤੁਹਾਡਾ ਦਿੱਤਾ ਹੌਸਲਾ ਹੀ, ਚਾਹੇ ਤੁਸੀਂ ਫੋਕਾ ਹੀ ਕਹਿ ਦਿਓ ਕੋਈ ਗੱਲ ਨਹੀਂ ਆਪਾਂ ਤੇਰੇ ਨਾਲ ਖੜ੍ਹੇ ਹਾਂ, ਕਈ ਵਾਰੀ ਤੁਹਾਡੀ ਇੰਨੀ ਕੁ ਗੱਲ ਕਹੀ ਕਿਸੇ ਬੰਦੇ ਦੀ ਲਾਈਫ ਚੇਂਜ ਕਰ ਸਕਦੀ ਹੈ। ਸੋ ਆਪਾਂ ਸਾਰੇ ਰਲ ਕੇ ਇਹਨਾਂ ਚੀਜ਼ਾਂ ਵੱਲ ਗੱਲ ਦਾ ਧਿਆਨ ਜ਼ਰੂਰ ਰੱਖੀਏ, ਤਾਂ ਕਿ ਅਗਰ ਕੋਈ ਡਿਪਰੈਸ਼ਨ ਦੇ ਵਿੱਚ ਆਪਾਂ ਸਾਡੇ ਆਸ-ਪਾਸ ਹੈ ਤਾਂ ਅਸੀਂ ਉਸਦੀ ਜ਼ਿੰਦਗੀ ਨੂੰ ਚੇਂਜ ਕਰਨ ਵਿੱਚ ਆਪਣਾ ਜਿੰਨਾ ਹੋ ਸਕੇ ਓਨਾ ਜ਼ਰੂਰ ਉਸ ਬੰਦੇ ਨੂੰ ਕੋਆਪਰੇਟ ਕਰੀਏ, ਸਹਿਯੋਗ ਦਈਏ।